आमेयो रसना बदन बारदात अलख अपार गुर सूर शब्द हो मैं नेवारे आओ पंचाहरन दलियाओ सुन सहज निज घर सहारे आओ आमेयो रसना बदन बारदात अलख अपार गुर सूर शब्द हो मैंने वारे आओ पंचाहरन दले आओ सुन सहज निज घर सहारे आओ हर नाम लाग जग उदरिया सतगुर हृदय बसाया गुर अर्जुन कल उचरै तै जन कह कलस दीपाया सोरठे गुर अर्जुन पुरख परमान पारथो चालै नहीं नेजा नाम निशान सतगुर शब्द सवारे आओ भव जल सायर सेत नाम हरि का बोहे था तो सतगुर संहेत नाम लाग जग उदरिया जगत उदारन नाम सतगुर तुठै पाया अब नाहे अवर सार काम बारंतर पूरी पड़ी जगत उदारन नाम सतगुर तुठै पाया अब नाहे अवर सार काम बारंतर पूरी पड़ी। वाहिगुरु जी का खालसा वाहिगुरु जी की फतेह। जुगो जुग अटल शब्द गुरु चवर तख्त छत्र दे मालक दसां पातशाहियां दी जोत समरथ परतख हाजर नाजर सतगुरु वालिए दो जहां हलत पलत दे रखियक धन धन साहिब सतगुरु आदि श्री गुरु ग्रंथ साहिब जी महाराज। ऐसे दीन दयाल पर उपकारी करना निदान कृपा दी खान सतगुरु पातशाह जी दी अपरे अपार कृपा रहमत बख्श दा सदका दशमेश पिता जी कलगीधर जी पंथ वाली अमृत दे दाते सतगुरु साहिबे कमाल बादशाह दरवेश अरशां फरशां दे मालक नीले दे शाहे असवार
ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਗੁਰੂ ਬਖਸ਼ੇ ਉਦਮ ਉਪਰਾਲੇ ਪ੍ਰੇਰਨਾ ਦੁਆਰਾ ਹਾਜ਼ਰੀਆਂ ਭਰ ਰਹੇ, ਯਾਤਰਾ ਕਰ ਰਹੇ, ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ, ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਸਤਿਗੁਰੂ ਪਾਤਸ਼ਾਹ ਜੀ ਦੀ ਨਜ਼ਰੇ ਮਿਹਰ ਕਿਰਪਾ ਦੇ ਦੁਆਰਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ ਦੀ ਯਾਤਰਾ ਕਰਦਿਆਂ, ਗੁਰ ਸੰਗਤ ਕਰਕੇ, ਸਾਹਿਬਾਂ ਦੇ ਦਰਸ਼ਨ ਦੀਦਾਰ ਕਰਕੇ, ਅੰਮ੍ਰਿਤ ਬਾਣੀ, ਧੁਰਕੀ ਬਾਣੀ, ਰੱਬੀ ਬਾਣੀ ਨੂੰ ਸਰਵਣ ਕਰਦਿਆਂ ਜੀਵਨ ਦੀਆਂ ਮੌਲਿਕ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਸਾਹਿਬਾਂ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਗੁਰੂ ਸ਼ਬਦ ਉਪਦੇਸ਼, ਧੁਰਕੀ ਬਾਣੀ, ਰੱਬੀ ਬਾਣੀ, ਖਸਮ ਕੀ ਬਾਣੀ, ਅਕਾਲੀ ਬਾਣੀ, ਦਰਗਾਹੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗੁਰੂ ਦਰੋਂ ਸਾਜੇ ਸਵਾਰੇ ਵਰਸਾਏ ਹੋਏ ਗੁਰਮੁਖ ਪਿਆਰੇ ਭੱਟ ਸਾਹਿਬਾਨ, ਜਿਨ੍ਹਾਂ ਦੀ ਪਾਵਨ ਰਚਨਾ ਸਵਈਏ ਪੰਚਮ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਰਾਗ ਮੁਕਤ ਬਾਣੀ ਦੇ ਅੰਦਰ ਦਰਜ ਕੀਤੇ ਹਨ। ਜਿਨ੍ਹਾਂ ਪਾਵਨ ਸਵਈਆਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਨਿਰਾਕਾਰ ਸਰੂਪ ਬ੍ਰਹਮ ਜੀ ਦੀ ਔਰ ਸਰਗਨ ਸਰੂਪ ਅਕਾਲ ਪੁਰਖ ਦੇ ਸਰੂਪ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਜਸ ਕੀਰਤੀ ਗਾਇਨ ਕੀਤੀ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਕਰਦਿਆਂ ਹੋਇਆਂ ਉਹਨਾਂ ਗੁਰਮੁਖ ਜਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਕਹਿਣੀ ਕਥਨੀ ਉੱਚੀ ਤੇ ਸੁੱਚੀ ਕਰਨੀ ਦਾ ਜ਼ਿਕਰ ਕੀਤਾ ਹੈ। ਸਾਹਿਬਾਂ ਦੇ ਜੀਵਨ ਦੇ ਅੰਦਰ ਜੋ ਉਹਨਾਂ ਨੇ ਮਹਾਨ ਪਾਵਨ ਪਰਉਪਕਾਰ ਕੀਤੇ, ਜਗਤ ਦਾ ਉਧਾਰ ਕਰਨ ਵਾਸਤੇ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਤਮਿਕ ਵਸਤੂ, ਆਤਮਿਕ ਭੋਜਨ, ਆਤਮਿਕ ਖੁਰਾਕ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕੀਤੀ, ਉੱਥੇ ਨਾਲ ਹੀ ਜਦੋਂ ਕਿਤੇ ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਜੀਵ ਦੁਖੀ ਵੇਖੇ, ਕਾਲ ਪੈ ਗਿਆ ਸੀ ਸੰਨ 1595 ਈਸਵੀ ਦੇ ਅੰਦਰ, ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਦਇਆ ਕਰ, ਸਾਰੇ ਜੀਵਾਂ ਦੀ ਸੰਭਾਲ ਕਰ। ਤੇਰੇ ਪੈਦਾ ਕੀਤੇ ਹੋਏ ਹਨ, ਤੈਨੂੰ ਹੀ ਇਹਨਾਂ ਦਾ ਫਿਕਰ ਹੈ। ਅੰਨ ਪਾਣੀ ਮੁੱਝ ਉਪਾਏ, ਕਾਲ ਪੈਣ ਹੋਣ ਕਰਕੇ ਮਾਲਕ ਨੇ ਮਾਲਕ ਦੇ ਚਰਨਾਂ 'ਚ ਹੀ ਬੇਨਤੀ ਕੀਤੀ ਕਿ ਇਹਨਾਂ ਅੰਨ ਪਾਣੀ ਜੀਵਾਂ ਵਾਸਤੇ ਪੈਦਾ ਕਰਦੇ, ਕਿਸੇ ਤਰ੍ਹਾਂ ਦੀ ਕੋਈ ਕਮੀ ਘਾੜ ਥੁੜ ਨਾ ਰਹੇ। ਜਿੱਥੇ ਨਾਮ ਬਾਣੀ ਦੀ, ਆਤਮਾ ਦੀ ਖੁਰਾਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਹਾਨ ਵਸਤੂ ਬਖਸ਼ਿਸ਼ ਕੀਤੀ, ਉੱਥੇ ਨਾਲ ਹੀ ਸਰੀਰਕ ਖੁਰਾਕ, ਭੋਜਨ ਪ੍ਰਸ਼ਾਦਾ, ਲੰਗਰ ਪਾਣੀ, ਜਲ ਪਾਣੀ ਵਾਸਤੇ ਵੀ ਸਾਹਿਬਾਂ ਨੇ ਉਪਰਾਲੇ ਕੀਤੇ। ਥਾਵਾਂ ਥਾਵਾਂ 'ਤੇ ਖੂਹ ਲਵਾਉਣ ਦਾ, ਬੌਲੀਆਂ ਲਵਾਉਣ ਦਾ ਮਕਸਦ ਇਹੀ ਸੀ ਕਿ ਕੋਈ ਪਿਆਸਾ ਨਾ ਰਹੇ। ਮਨੁੱਖ ਤਾਂ ਕੀ, ਕੋਈ ਪਸ਼ੂ ਪੰਛੀ ਵੀ ਧਿਆਇਆ ਨਾ ਰਹੇ। ਇਹ ਸਤਿਗੁਰੂ ਪਾਤਸ਼ਾਹ ਜੀ ਦੀ ਉੱਚੀ ਕਰਨੀ, ਜੀਵਨ ਕਾਲ ਦੇ ਵਿੱਚੋਂ ਪਰ ਉਪਕਾਰਾਂ ਦਾ ਡੁੱਲ ਡੁੱਲ ਕਰਕੇ ਪੈਣਾ, ਆਪ ਮੁਹਾਰੇ ਹੀ ਸਤਿਗੁਰੂ ਜੀ ਦੇ ਕੋਲੋਂ ਪਰ ਉਪਕਾਰ ਹੁੰਦਾ ਹੈ।
ਕਿਉਂਕਿ ਸਤਿਗੁਰੂ ਹੈ ਹੀ ਪਰਉਪਕਾਰ ਦਾ, ਭਗਤੀ ਦਾ, ਬੰਦਗੀ ਦਾ ਸੋਮਾ ਮੁਜੱਸਮਾ ਹੈ। ਅੱਜ ਦਾ ਜੋ ਪਾਵਨ ਉਪਦੇਸ਼ ਗੁਰਮੁਖ ਜਨਾਂ ਨੇ ਉਚਾਰਨ ਕੀਤਾ ਹੈ, ਇਸ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਜੋ ਅੰਮ੍ਰਿਤ ਝਰਦਾ ਹੈ, ਜੋ ਅੰਮ੍ਰਿਤ ਦਾ ਝਰਨਾ ਫੁੱਟਦਾ ਹੈ, ਅੰਮ੍ਰਿਤ ਦਾ ਫੁਹਾਰਾ ਫੁੱਟਦਾ ਹੈ, ਉਸ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਦਨ ਮੁਖ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਗੁਰੂ ਕੇ ਸਿੱਖਾਂ ਵਾਸਤੇ, ਭਾਵਨਾ ਵਾਲਿਆਂ ਵਾਸਤੇ ਵਰਦਾਨ ਹੈ, ਬਖਸ਼ਿਸ਼ ਰੂਪ ਹੈ, ਦਾਤ ਸਰੂਪ ਹੈ। ਨਾਲ ਹੀ ਬਚਨ ਕੀਤਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਉਹ ਸੂਰਮੇ ਨੇ, ਉਹ ਮਹਾਨ ਯੋਧੇ ਨੇ, ਉਹ ਸੂਰਜ ਹਨ ਜਿਨ੍ਹਾਂ ਨੇ ਜਿੱਥੇ ਸੰਸਾਰ ਮੰਡਲ ਦੇ ਅੰਦਰ ਅਗਿਆਨਤਾ ਦਾ, ਅਵਿਦਿਆ ਦਾ, ਬੇਸਮਝੀ ਦਾ ਫੈਲਿਆ ਹੋਇਆ ਹਨੇਰਾ ਦੂਰ ਕੀਤਾ, ਉੱਥੇ ਜਿਹੜੇ ਸਾਡੇ ਅੰਦਰ 5 ਸੂਰਬੀਰ ਯੋਧੇ ਹਨ ਉਹਨਾਂ ਨੂੰ ਵੀ ਚਿੱਤ ਕੀਤਾ ਹੈ। ਤਾਈਏ ਸਾਹਿਬਾਂ ਵਾਸਤੇ ਸੂਰਮਾ ਸ਼ਬਦ ਵਰਤਿਆ ਹੈ। ਨਾਲ ਨਾਲ ਹੀ ਸ਼ਬਦ ਦੀ ਕਮਾਈ ਦਾ ਜ਼ਿਕਰ ਹੈ। ਜਿਸ ਸ਼ਬਦ ਦੀ ਕਮਾਈ ਦੀ ਬਦੌਲਤ ਹਉਮੈ ਨਿਵਾਰਿਓ, ਹਉਮੈ ਦਾ ਖਾਤਮਾ ਕੀਤਾ, ਹਉਮੈ ਨੂੰ ਪਸਤ ਕਰ ਦਿੱਤਾ, ਹਉਮੈ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਪੰਚਾਹਰਨ ਦਲਿਓ, ਇਹ ਪਾਠ 3 ਤਰੀਕਿਆਂ ਦੇ ਨਾਲ ਪੜ੍ਹਿਆ ਜਾਂਦਾ ਹੈ। ਪੰਚਾਹਰਨ, ਪੰਚਾਹਰਨ, ਪੰਚਾਹਰ ਔਰ ਇਸੇ ਤਰ੍ਹਾਂ ਹੀ ਪੰਚਾਹਰਨ, ਤਿੰਨਾਂ ਦੇ ਹੀ ਵੱਖ-ਵੱਖ ਅਰਥ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਸੂਰਬੀਰ ਯੋਧੇ ਬਹਾਦਰ ਨੇ ਜਿਨ੍ਹਾਂ ਨੇ ਪੰਚਾਹਰਨ, ਸ਼ੇਰ ਦੀ ਨਿਆਈ ਹੋਰ ਕਰਕੇ ਹਰਨ, ਹਿਰਨਾਂ ਦੀ ਨਿਆਈ, ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਦਾ ਖਾਤਮਾ ਕਰ ਦਿੱਤਾ ਹੈ। ਸੋ ਐਸੇ ਨੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਜੋ 5 ਗਿਆਨ ਇੰਦਰੇ ਮਨੁੱਖ ਨੂੰ ਮਨ ਦੀ ਪ੍ਰੇਰਨਾ ਦੇ ਅਧੀਨ ਹੋ ਕਰਕੇ ਹਮੇਸ਼ਾ ਹੀ ਗਲਤ ਪਾਸੇ ਪ੍ਰਵਿਰਤ ਕਰਦੇ ਹਨ, ਉਹਨਾਂ ਨੂੰ ਵੀ ਦਲ ਦਿੱਤਾ ਹੈ। ਅਤੇ ਐਸੇ ਸੁਨ ਘਰ, ਨਿਜ ਘਰ, ਸਹਿਜ ਘਰ, ਅਫੁਰ ਅਵਸਥਾ ਦੇ ਵਿੱਚ ਆਪ ਟਿਕੇ ਨੇ ਅਤੇ ਬੇਅੰਤ ਜੀਵਾਂ ਨੂੰ ਐਸੀ ਅਵਸਥਾ ਦੇ ਧਾਰਨੀ ਕਰਵਾਇਆ ਹੈ। ਐਸੇ ਨੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਨਾਲ ਹੀ ਸਤਿਗੁਰੂ ਪਾਤਸ਼ਾਹ ਦੀ ਮਹਿਮਾ ਕਰਦਿਆਂ ਜਿੱਥੇ ਅਕਾਲ ਪੁਰਖ ਦਾ ਸਰੂਪ ਵਰਣਨ ਕੀਤਾ ਹੈ, ਉੱਥੇ ਦੁਆਪਰ ਯੁੱਗ ਦੇ ਯੋਧੇ, ਤੀਰ ਅੰਦਾਜ਼ੀ ਦੇ ਚ ਮੰਨੇ ਹੋਏ ਬੜੇ ਮਾਹਿਰ, ਬੜੇ ਨਿਪੁੰਨ ਅਰਜਨ, ਜਿਨ੍ਹਾਂ ਦੇ ਰੱਥ ਦੀ ਅਗਵਾਹੀ ਸਾਰਥੀ ਬਣ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਮਹਾਂਭਾਰਤ ਦੇ ਯੁੱਧ ਅੰਦਰ ਕੀਤੀ ਸੀ, ਉਦਾਹਰਨ ਦੇ ਕਰਕੇ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖ ਤੋਂ ਨਿਕਲੇ ਹੋਏ ਅਮੋਘ ਬਚਨਾਂ ਦਾ ਜ਼ਿਕਰ ਕੀਤਾ ਹੈ, ਅਮੋਘ ਵਾਕਾਂ ਦਾ ਜ਼ਿਕਰ ਕੀਤਾ ਹੈ। ਸੂਰਮਿਆਂ ਦੇ ਹੱਥ ਵਿੱਚ ਸ਼ਸਤਰ ਹੁੰਦੇ, ਹਥਿਆਰ ਹੁੰਦੇ ਹਨ, ਗੁਰੂ ਦੇ ਹੱਥ ਵਿੱਚ ਵੀ ਨੇਜਾ ਹੈ, ਉਹਨਾਂ ਦੇ ਕੋਲ ਵੀ ਹਥਿਆਰ, ਉਹਨਾਂ ਕੋਲ ਵੀ ਸ਼ਸਤਰ ਹਨ। ਐਸੇ ਦੀਨ ਦਿਆਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਸਾਗਰ ਭਵਜੋ ਤੋਂ ਪਾਰ ਲੰਘਣ ਵਾਸਤੇ ਇੱਕ ਪੁਲ ਕਾਇਮ ਕਰ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ। ਨਾਮ ਬਾਣੀ ਦਾ ਪੁਲ ਬਣ ਦਿੱਤਾ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤੁਰਟ ਕੇ ਪ੍ਰਸੰਨ ਹੋ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਨਵਾਜਿਆ। ਤਿੰਨਾਂ ਸਾਹਿਬਾਂ ਨੇ ਅੱਗੋਂ ਬੇਅੰਤ ਜੀਵਾਂ ਨੂੰ ਵਰਸਾਇਆ ਹੈ। ਬੇਅੰਤ ਜੀਵਾਂ ਦੀ ਜਨਮਾਂ ਜਨਮਾਤਰਾਂ ਦੀ ਭਟਕਣਾ ਖਤਮ ਕਰਕੇ ਉਹਨਾਂ ਦੀ ਅਸਲੀ ਲੋੜ ਆਤਮ ਵਸਤੂ ਨੂੰ ਪ੍ਰਾਪਤ ਕਰਵਾ ਦਿੱਤਾ। ਨਾਮ ਦੀ ਦਾਤ ਦੇ ਕਰਕੇ ਅੰਤਰਾਤਮੇ ਸ਼ਾਂਤੀ, ਟਿਕਾ, ਅਡੋਲਤਾ ਅਤੇ ਠੰਡ ਪ੍ਰਾਪਤ ਕਰਵਾ ਦਿੱਤੀ। ਭੱਟ ਸਾਹਿਬ ਭੱਟ ਕੱਲ੍ਹ ਜੀ, ਜਿਨ੍ਹਾਂ ਦੇ ਸਵਈਆਂ ਦੀ ਅੱਜ ਸਮਾਪਤੀ ਹੋ ਰਹੀ ਹੈ, ਉਹਨਾਂ ਗੁਰਮੁਖਾਂ ਨੇ ਜ਼ਿਕਰ ਕੀਤਾ ਹੈ ਅੰਤਲੀ ਪੰਕਤੀ ਦੇ ਵਿੱਚ ਕਿ ਜੀਵਨ ਦਾ ਕਾਰਜ ਸਰ ਗਿਆ ਹੈ, ਸੰਪੂਰਨ ਹੋ ਗਿਆ ਹੈ। ਹੁਣ ਕਿਸੇ ਪਾਸੇ ਦੀ ਕੋਈ ਝਾਕ, ਕੋਈ ਤਮੰਨਾ, ਕੋਈ ਖਹਿਸ਼, ਕੋਈ ਇੱਛਾ ਹੀ ਨਹੀਂ ਰਹੀ। ਕਿਉਂ? ਬਾਹਰ ਅੰਤਰ ਪੂਰੀ ਪੜੀ, ਅਤੇ ਪੂਰੀ ਪੜ ਸਕਦੀ ਹੈ ਕੇਵਲ ਗੁਰੂ ਨਾਨਕ ਦੇ ਦਰ ਤੋਂ, ਸੱਚੇ ਸਤਿਗੁਰੂ ਸਾਹਿਬ ਜੀ ਦੇ ਕੋਲੋਂ ਹੀ ਜੀਵਨ ਵਿੱਚ ਪੂਰੀ ਪੈ ਸਕਦੀ ਹੈ। ਜੀਵਨ ਕਾਲ ਦੇ ਵਿੱਚ ਵਿਚਰਦਿਆਂ ਮਨੁੱਖ ਬਹੁਤ ਯਤਨ ਕਰਦਾ ਕਿਤਿਓਂ ਪੂਰੀ ਪੈ ਜਾਏ, ਕਿਤਿਓਂ
कुछ न कुछ हासिल हो जाए, मिल जाए, ये इच्छा पूरी हो जाए। पर मनुੱਖ ही तुर ਜਾਂਦਾ, इच्छावां ख्वाहिशां अधूरियां ही रह जांदियां ने। ਇੱਕੋ ਇੱਕ ਦਰਬਾਰ ਤੇ ਅਸਥਾਨ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਬਾਰੇ ਭੱਟ ਕਲ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰ 'ਤੇ ਆ ਕੇ ਉਹਨਾਂ ਦੇ ਚਰਨਾਂ ਵਿੱਚੋਂ ਸਾਡੀ ਪੂਰੀ ਪੈ ਗਈ ਹੈ, ਜੀਵਨ ਦੀ ਯਾਤਰਾ ਸਫਲ ਹੋ ਗਈ ਹੈ। ਅਤੇ ਇਹ ਦੱਸਣ ਦਾ ਮਕਸਦ ਕੀ ਹੈ? ਜੇ ਤੁਹਾਡੀ ਪੂਰੀ ਪੈ ਗਈ ਹੈ ਤਾਂ ਫਿਰ ਤੁਸੀਂ ਸਾਨੂੰ ਕਿਉਂ ਦੱਸ ਰਹੇ ਹੋ? ਮਨੋਰਥ ਇਹ ਹੈ ਕਿ ਮਹਾਂਪੁਰਖ ਨੂੰ, ਜਿਸ ਨੂੰ, ਗੁਰਮੁਖ ਨੂੰ ਕੋਈ ਐਸੀ ਮਹਾਨ ਵਸਤੂ ਦੀ ਪ੍ਰਾਪਤੀ ਹੋ ਜਾਏ। ਇਹ ਦਾਤ, ਇਹ ਵਸਤੂ ਐਸੀ ਹੈ, ਨਾ ਲੁਕਾਇਆ ਨਾ ਛੁਪਾਇਆ ਛੁਪਦੀ ਹੈ। ਆਪ ਮੁਹਾਰੇ ਉਸ ਦਾ ਰਸ, ਉਸ ਦਾ ਆਨੰਦ, ਉਸ ਦਾ ਵਿਗਾਸ, ਉਸ ਦਾ ਖੇੜਾ, ਉਸ ਦੇ ਅੰਦਰ ਦਾ ਚਾਓ ਆਪ ਮੁਹਾਰ ਹੀ ਬਾਹਰ ਡੁੱਲ ਡੁੱਲ ਪੈਂਦਾ, ਆਪਣੇ ਆਪ ਬਾਹਰ ਪ੍ਰਗਟ ਹੋ ਜਾਂਦਾ ਹੈ। ਜਿਵੇਂ ਸੋਮਾ ਫੁੱਟਦਾ ਹੈ, ਫੁਹਾਰਾ ਉੱਪਰ ਨੂੰ ਚੜ੍ਹਦਾ ਹੈ, ਇਸੇ ਤਰ੍ਹਾਂ ਹੀ ਅੰਦਰ ਦਾ ਸੁੱਖ ਟਿਕਾ ਆਪ ਮੁਹਾਰੇ ਹੀ ਮਨੁੱਖ ਦੱਸ ਦਿੰਦਾ ਹੈ। ਇਹ ਨਹੀਂ ਕਿ ਕਿਸੇ ਹਉਮੈ ਦੇ ਅਧੀਨ ਹੋ ਕੇ, ਹਉਮੈ ਵਿੱਚ ਗ੍ਰਸਿਆ ਹੋਇਆ ਆਪਣੀ ਪੂਜਾ ਕਰਾਉਣ ਵਾਸਤੇ ਲੋਕਾਂ ਨੂੰ ਦੱਸਦਾ ਫਿਰਦਾ ਹੈ, ਨਹੀਂ ਗੁਰੂ ਦੀ ਵਡਿਆਈ ਵਾਸਤੇ। ਇੱਕ ਤਾਂ ਇਹਦੇ ਵਿੱਚ ਸਤਿਗੁਰੂ ਦੀ ਵਡਿਆਈ ਹੈ, ਗੁਰੂ ਦੀ ਮਹਿਮਾ ਹੈ। ਦੂਸਰਾ ਦੱਸਣ ਵਾਲੇ ਦਾ ਭਲਾ ਹੈ ਕਿ ਹੋਰ ਜੀਵ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕਰਕੇ ਜੀਵਨ ਦੀ ਯਾਤਰਾ ਨੂੰ ਸਫਲ ਕਰਦਿਆਂ ਸੰਸਾਰ ਸਾਗਰ ਭਵਜਲ ਤੋਂ ਪਾਰ ਉਤਰ ਜਾਣ। ਬਸ ਇਹੀ ਦੱਸਣ ਦਾ ਕਾਰਨ ਹੈ। ਆਮ ਮਨੁੱਖ ਨੂੰ ਕੋਈ ਸੰਸਾਰੀ ਵਸਤੂ ਕਿਉਂ ਨਾ ਮਿਲ ਜਾਏ, ਕੋਈ ਗੱਡੀ ਲੈ ਆਵੇ ਅਤੇ ਜਿੰਨਾ ਚਿਰ 10-20 ਨੂੰ ਦੱਸੇ ਨਾ, ਉਹਨਾਂ ਚਿਰ ਉਹਦੀ ਖੁਸ਼ੀ ਮਿਆਉਂਦੀ ਨਹੀਂ ਹੈ। ਮੈਂ ਜੀ ਗੱਡੀ ਲੈ ਕੇ ਆਂਦੀ ਹੈ, ਮੈਂ ਜੀ ਨਵਾਂ ਮਕਾਨ ਪਾਇਆ, ਉਹ ਆ ਕੇ ਵੇਖੋ ਆਹ ਘਰ ਵਿੱਚ ਵਸਤੂ ਲਿਆਂਦੀ ਹੈ। ਅਤੇ ਭੱਟ ਸਾਹਿਬਾਨਾਂ ਨੂੰ ਉਹ ਵਸਤੂ ਮਿਲੀ ਹੈ ਜਿਹੜੀ ਦੁਨੀਆ ਦੇ ਕਿਸੇ ਪਦਾਰਥ ਦੇ ਬਦਲੇ ਨਹੀਂ ਮਿਲਦੀ। ਅਤੇ ਕਿਉਂ ਨਾ ਦੱਸਣ ਭਲਾਓ ਕਿ ਸਾਨੂੰ ਕਿੱਥੋਂ ਮਿਲੀ ਹੈ, ਕਿਵੇਂ ਮਿਲੀ ਹੈ। ਸਾਡੀ ਘਾਲਣਾ ਦਾ ਨਤੀਜਾ ਨਹੀਂ ਹੈ, ਸਾਡੀ ਮਿਹਨਤ ਅਤੇ ਮੁਸ਼ੱਕਤ ਦਾ ਸਿੱਟਾ ਨਹੀਂ ਹੈ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਤਰਸ ਹੈ, ਇਹ ਉਹਨਾਂ ਦੀ ਮਿਹਰ ਹੈ, ਇਹ ਉਹਨਾਂ ਦੀ ਦਇਆ ਹੈ, ਇਹ ਗੁਰੂ ਨੇ ਕਿਰਪਾ ਕੀਤੀ ਹੈ। ਅਸੀਂ ਤਾਂ ਭਟਕਦੇ ਫਿਰਦੇ ਸੀ। ਗੁਰਮੁਖ ਭੱਟ ਕਲ ਜੀ ਪਾਵਨ ਸਵਈਏ ਜਿਨ੍ਹਾਂ ਦੇ ਪਿਛਲੇ ਦਿਨਾਂ ਤੋਂ ਪ੍ਰਾਰੰਭ ਹੋਏ ਸਨ, 11 ਸਵਈਏ ਹਨ। ਇੱਕ ਸਵਈਆ ਵਿੱਚ ਭੱਟ ਕਲ ਸਹਾਰ ਜੀ ਦਾ ਆਇਆ ਹੈ। ਸੋ ਇੱਥੇ 12 ਸਵਈਆਂ ਦੀ ਸਮਾਪਤੀ ਹੈ। ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਸਿਲਸਿਲੇਵਾਰ ਇੱਕ ਇੱਕ ਪੰਕਤੀ ਦੀ ਵਿਚਾਰ ਨਾਲ ਸਾਂਝ ਪਾਈਏ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਾਹਿਬਾਂ ਦੇ ਉਪਦੇਸ਼ ਨਾਲ ਜੁੜੀਏ, ਜਪੀਏ ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਮਿਓ ਰਸਨਾ ਬਦਨ ਬਰਦਾਤ। ਗੁਰਮੁਖ ਭੱਟ ਕਲ ਜੀ ਕਥਨ ਕਰ ਰਹੇ ਨੇ, ਅਮਿਓ ਰਸਨਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਰਸਨਾ ਨਾ, ਅਮਿਓ ਦਾ ਅਰਥ ਹੁੰਦਾ ਅੰਮ੍ਰਿਤ। ਅੰਮ੍ਰਿਤ ਵਰਸਾਉਂਦੀ ਹੈ, ਅੰਮ੍ਰਿਤ ਭਿੱਜੇ ਬੋਲ ਹਨ। ਸਤਿਗੁਰੂ ਸਾਹਿਬ ਜੀ ਦਾ ਇੱਕ ਇੱਕ ਲਫ਼ਜ਼ ਅੰਮ੍ਰਿਤ ਦੀ ਨਿਆਈ ਹੈ। ਰਸਨਾ ਕਹਿੰਦੇ ਨੇ ਜ਼ੁਬਾਨ ਨੂੰ। ਅਮਿਓ ਰਸਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਅੰਮ੍ਰਿਤ ਝਰਦਾ ਹੈ, ਅੰਮ੍ਰਿਤ ਦਾ ਫੁਹਾਰਾ ਫੁੱਟ ਰਿਹਾ ਹੈ। ਬਦਨ ਬਰਦਾਤ। ਬਦਨ ਦੋ ਅਰਥ ਰੱਖਦਾ। ਇੱਕ ਬਦਨ ਦਾ ਅਰਥ ਹੁੰਦਾ ਕਹਿਣਾ, ਉਚਾਰਨਾ, ਆਖਣਾ, ਦੱਸਣਾ। ਦੂਸਰਾ ਬਦਨ ਕਹਿੰਦੇ ਨੇ ਮੁੱਖ ਨੂੰ, ਮੂੰਹ ਨੂੰ।
बदन बार दात बार शब्द बहुत बहु अर्थक है, पर इत्थे बार दा अर्थ है वार। बख्शिश दात कहते ने वो वस्तु जिहड़ी बख्शिश रूप विच प्राप्त होवे, खास वस्तु। मालक दीयां तां बहुत बेअंत दातां ने। हुण इस पंक्ति के संबंध विच सतगुरु पातशाह महाराज जी की पावन बाणी के अंदरों वेखीए कि भट्ट साहिबाना जी ने वचन क्यों कहे ने कि गुरु साहब महाराज जी की रसना विचों अमृत झरदा है। धन गुरु रामदास सच्चे पातशाह जी का वचन मुख वाक रूप विच असीं बड़ी वारी वो सरवण कीता है। सो धन गुरु साबास है हर दे स्नेहा। हाँ वेख वेख गुरु विगसिया गुर सतगुर देहा। गुर रसना अमृत बोलदी हर नाम सुहावी। जिन्नी सुन सिखा मन्निया तिन्ना भुख सब जावी। इस पावन बचन के अंदर धन गुरु रामदास सच्चे पातशाह जी ने गुरु की रसना विचों की झरदा की प्रगट हुंदा उसका जिक्र किया है। सो धन गुरु साबास है, ऐसा महापुरख सतगुरु धन है। उस गुरु नूं धन कहना चाहिए है, धन नहीं कह सकते तो शाबाश ही कह दिया करो। शाबाश है केड़ा सतगुरु हर दे स्नेहा। दुनियादारी दे स्नेहे देन वाले तो बड़े ने, पर रब दा स्नेहा देन वाला केवल ते केवल सतगुरु महापुरख है। हर देह स्नेहा जिहड़ा हरि दा स्नेहा देंदा है, रब दा संदेशा देंदा है। हजरत मुहम्मद साहब नूं पैगंबर क्यों आखे जाते? इसे वास्ते पैगंबर दा अर्थ हुंदा पैगाम देन वाला, स्नेहा देन वाला। मुसलमान रब दे घरों वरसाए हुए गुरमुखां नूं पैगंबर कहिंदे ने कि वो रब दा स्नेहा देंदे ने, संदेशा देंदे ने, खबर देंदे ने। ते गुरु रामदास पातशाह जी दा वचन है, वो साहब फरमा रहे ने हर देह स्नेहा। संदेशा देंदा है, स्नेहा देंदा है, खबर देंदा है, मैसेज देंदा है। हाँ वेख वेख गुरु विगसिया गुर सतगुर देहा। ऐसे गुरु नूं वेख वेख के सह गुरु अमरदास साहब नूं हाँ विगसिया खेड़े प्रसन्नता ते विगास दे सहित हो गया। गुर सतगुर देहा सह गुरु अमरदास सच्चे पातशाह जी की महान पावन पवित्र देह पंज भूतक शरीर। गुरु घर दे अंदर केवल शब्द गुरु की प्रधानता ही नहीं है, सतगुरु सच्चे पातशाह महाराज जी 10 गुरु साहिबां दे देह सरूप की भी बड़ी भारी महानता है। उस देह दे विच जिहड़ी जोत टिकी है, जोत गुरु है तो फिर देह भी गुरु है। इस वास्ते साहिबां ने शंका नहीं रहन दिता कि शरीर गुरु नहीं है। जिथे साहिबां ने दस्या कि शब्द गुरु है, उत्थे साहिब कहे ने गुर सतगुर देहा। गुरु दी देह गुरु है, गुरु दा स्वरूप गुरु है। क्यों? गुर रसना अमृत बोलदी। गुरु की जिहड़ी रसना ना अमृत भिजे बोल बोलदी है, अमृत वर्गे वचन बोलती है। अमृत तो भाव है कल्याण, कल्याण करन वाले वचन बोलती है। गुरु के वचनों में वो तसीर है, वो शक्ति है, वो समर्था है जिन्हां वचनों द्वारा जगत की कल्याण हुंदी है, संसार का उद्धार हुंदा है। सो ऐसे सतगुरु सच्चे पातशाह जी गुर रसना अमृत बोलती। क्यों अमृत बोलती है? हर नाम सुहावी। गुरु की रसना, गुरु की जबान हरि के नाम में सुहावनी हो चुकी है, सोहनी बन चुकी है, पवित्र हो चुकी है। तो जिन्हों ने गुरु की रसना तो वचन सुनिया ना, जिन्नी सुन सिखा, सिखा दा अर्थ है सिखा ने, जिन्ना गुरु के सिखा ने सुन मन्निया, सुन के मन लिया, धारण कर लिया, तिन्ना भुख सब जावी। उन्हां दे जीवन च किसी तरह की भुख नहीं रहिंदी, किसी तरह की कमी नहीं रहिंदी। सतगुरु पातशाह का एक होर वचन है, मिठे मिटिया अंधेरा दुख नाठा अम्यो हार रस चोया। जदों गुरु ने कृपा कर दी ना जिन्हां गुरमुखां दे उपर, उन्हां दे जीवन विचों मिटिया अंधेरा, अज्ञानता का जिथे हनेरा मिटिया उत्थे दुख नाठा, दुख नठ गया। कदों? अम्यो हर रस चोया। जदों गुरु ने पावन रसना तो नाम का अमृत का रस मूँह विच चो दिता, हिरदे मुख विच चो दिता है। इस तरह का साहिबां दा एक अगला वचन है, हार रसैन अम्यो पीवीऐ
जन डिठै मोह डिठै जन कै जीविए। कि सतगुरु सच्चे पातशाह का नाम जिहड़ा ना अम्यो अमृत है। हर अम्यो रसायन, रसायन का अर्थ हुंदा रसां दा घर, जो सारे तरह की दवाई है। रसायन आम तौर पर सोने नूं किया जाता, रसायन नाम उस दवाई का हुंदा जिहड़ी सारे रोग कट दवे। सतगुरु पातशाह का नाम की है? हर अम्यो रसायन पीवीए। ये भाई वो रसायन है जिहड़ा अमृत है, जीवन दान देंदा। इसनूं छकना करिए। मोह डिठै जन कै जीवीए। रब दे प्यारे दे मुख लगीए ते आत्मिक जीवन प्राप्त हो जाता है। सो सतगुरु सच्चे पातशाह महाराज जी ने पावन बाणी दे अंदर बेअंत थावां ते इस गल का जिक्र किया है कि सतगुरु सच्चे पातशाह जी के मुख दे विचों अमृत झरदा है। क्योंकि जिहड़े बोल है अमृत की न्याई ने, जिहड़ा सुनदा मोया जाता है, खिंचिया जाता है। इत्थों तक साहिबां दा सका भाणजा बाबा मोहन जी, जिन्हां कोल साहिब जी पोथियां लैण वास्ते गए सन, बड़े बोल कबोल उन्होंने पहलां बोले सन बारी विच खलो के। पर जदों साहिबां ने पावन मुख तो नाम अमृत बाणी का वचन उचारिया, बाणी उचरे साध जन अम्यो चले झरने। नाम अमृत का झरना जदों चल पिया, फुहारा फुटिया, मोहन भी व्याकुल हो के आके साहिबां दे चरनी पै गया सी। बड़े अदब सत्कार नाल साहिब नूं पोथियां भेटा कीतियां। ये की है? अम्यो गुरु दी रसना दे च अमृत है, जिहड़ा आत्मिक जीवन दिंदा है। बदन बरदात, बदन मुख तो किया होया साहिबां दा बचन वार स्वरूप है। दातां दे नाल साहिब जी निहाल करते हैं। जपजी साहिब ही पढ़ के वेखीए, शुरुआत दे विच ही गावे को तान होवे किसे तान, गावे को दात जाने निशान। बेअंत जीव ऐसे ने जिहड़े रब की दात वेख के रब नूं याद कर लैंदे ने। आखै मंगै देहे देहे दात करे दातार। जीव मंगदे बेअंत ने ते मालक दातां देंदा भी थकदा नहीं है। लैण वाले थक देंदे ने, देंदा दे लैंदे थक पाहे। जुगा जुगंतर खाही खाए। केत्या दुख भूग सद मार, एह पे दात तेरी दातार। ये भी तेरी दात थी। कईयां नूं दुखां ते भुखां दी मार है, मालक है भी दात है। नानक नदरी करमी दात। बेअंत बचन ने जपजी साहिब जी दे अंदर। सो दात खसम की पूरी होई, नित नित चढ़े सवाई। दात खसम दी जेड़ी ना कदी घटदी नहीं है, थुड़दी नहीं है। पर जीव की करता है? दात प्यारी विसरिया दा तारा, जाने ना ही मरना विचारा। जीव जानता नहीं कि शरीर छड़ जाना है, दात चंगी लगती है। बदन बरदात गुरु अर्जन दे पातशाह पावन पवित्र मुख तो वर रूपी दातां बख्शिश करके जीवां नूं निहाल करदे ने। अलख अपार गुर सूरा। अलख जिहड़ा लखन तो रहत है, इंद्रियां द्वारा मन बुद्ध द्वारा जिहड़ा लखिया नहीं जा सकता। अपार पारावार तो रहत है। गुर सूर गुरु सूरमा है। गुरु नूं सूरमा क्यों आख्या? जिन मिल मारे पंच सूरबीर, ऐसो कौन बली रे। जिन पंच मार बिदार गुदारे, सो पूरा यह कली रे। ते साहिबां ने ताप दस्या कि हाँ असीं यतन किया, सतगुरु ने कृपा कर दी। गुरु रामदास जी ने मैं नित्य पंज जवान गुरथापी दिती कंड जियो। इस वास्ते गुरु सूरमा ने जिन्हें पंजां नूं चित कर दिता है। नहीं तो बाबा कबीर साहब कहते ने, कहत कबीर पंच को झगड़ा, झगड़त जन्म गवाया। ना पंजां दे नाल सारी उम्र बंदा झगड़ता ही रहिंदा ते जन्म गवा बैठदा। पर गुरु सूरमा है। सूर शब्द बाणी दे अंदर सतगुरु पातशाह ने बहुत आद करके दो अर्थां विच वरत्या। भावें कि सूर दे शब्द बड़े अर्थ बड़े ने, पर जदों जपजी साहब पढ़ करके वेखीए, केते इंद चंद सूर केते, उत्थे सूर का अर्थ है सूरज। पता नहीं किन्ने क सूरज ने। इस तरह ही असंख सूर मोह भख सार। असंख बेगिनत सूरमे ने जिहड़े मोह मूँह के उपर भख खाना करते ने, सार मने लोहा। अनेक ऐसे सूरमे ने जिहड़े जंग के मैदान च डट करके वैरी के सामने उहदे वार झलदे ने, शस्त्रां दे वार खांदे ने। जपजी साहिब के अंदर ही सूर शब्द के अर्थ गुरु साहिब जी ने दसे ने। सूर मने सूरज, सूर मने सूरमा। अपार गुर सूर, गुरु वो सूरज है
ਜਿਹੜਾ ਅਗਿਆਨਤਾ ਦਾ ਹਨੇਰਾ ਮੁਕਾਉਂਦਾ ਹੈ। ਗੁਰੂ ਉਹ ਸੂਰਮਾ ਹੈ ਜਿਹੜਾ ਹਿਰਦੇ ਵਿੱਚ ਵਿਕਾਰਾਂ ਨੂੰ ਚਿੱਤ ਕਰ ਦਿੰਦਾ ਹੈ। ਸ਼ਬਦ ਹਉ ਮੈਂ ਨਿਵਾਰਿਆ, ਕਿਵੇਂ ਨਿਵਾਰਿਆ ਹੈ ਔਗੁਣਾਂ ਨੂੰ? ਸ਼ਬਦ ਦੀ ਕਮਾਈ ਸਦਕਾ, ਸ਼ਬਦ ਦੀਆਂ ਦਾਤਾਂ ਦੇਖ ਕੇ ਹਉਮੈ ਨਿਵਾਰਿਓ। ਹਉਮੈ ਤੋਂ ਭਾਵ ਹੰਗਤਾ, ਅੰਦਰ ਦਾ ਮੈਂ ਪੁਣਾ। ਹਉਮੈ ਇੱਕ ਉਹ ਜੜ ਹੈ ਜਿਹੜੀ ਵਾਰ-ਵਾਰ ਪੁਨਰ ਜਨਮ ਦਾ ਕਾਰਨ ਬਣਦੀ ਹੈ। ਸਾਹਿਬਾਂ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਹਉਮੈ ਬੂਝੇ ਤਾਂ ਦਰ ਸੁਝੇ, ਕਿ ਜਦੋਂ ਕੋਈ ਹਉਮੈ ਨੂੰ ਬੁੱਝ ਲੈਂਦਾ ਨਾ ਤਾਂ ਹੀ ਰੱਬ ਦਾ ਦਰ ਘਰ ਉਸ ਨੂੰ ਸੁਝਦਾ ਹੈ। ਗਿਆਤ ਪ੍ਰਾਪਤ ਹੁੰਦੀ, ਮਾਲਕ ਦਾ ਦਰਵਾਜ਼ਾ ਦਿਸਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਦੁਆਰਾ ਸ਼ਬਦ ਹਉਮੈ ਨਿਵਾਰਿਓ, ਸ਼ਬਦ ਦੁਆਰਾ ਹਉਮੈ ਨੂੰ ਨਿਵਾਰ ਦਿੱਤਾ, ਨਿਵਰਤ ਕਰ ਦਿੱਤਾ। ਪੰਚਾਹਰਨ ਦਲਿਆਓ, ਪਹਿਲਾ ਅਰਥ ਹੈ ਪੰਚਾਰਨ ਸ਼ੇਰ ਰੂਪ ਹੋ ਕੇ ਤੁਸੀਂ ਕਾਲ ਨੂੰ ਦਲ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਦੂਸਰਾ ਹੈ ਪੰਚਾਹਰ, ਪੰਚਾਹਰ ਨੇ ਦਲਿਓ, ਨੇ ਵਿਸ਼ੇਸ਼ ਕਰਕੇ ਦਲ ਦਿੱਤਾ। ਕਿਹਨਾਂ ਨੂੰ? ਪੰਜ ਸਾਡੇ ਗਿਆਨ ਇੰਦਰੇ ਨੇ। ਤੇ ਪਾਵਨ ਬਾਣੀ ਦੇ ਅੰਦਰ ਜ਼ਿਕਰ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਪੰਜਾਂ ਇੰਦਰੀਆਂ ਦਾ ਜ਼ਿਕਰ ਕੀਤਾ ਹੈ ਉੱਥੇ ਨਾਲ 10 ਇੰਦਰੀਆਂ ਦਾ ਵੀ ਜ਼ਿਕਰ ਕੀਤਾ ਹੈ। 10 ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੇ ਹੋਏ ਪ੍ਰਗਾਸ। ਜਾਗਤ ਰਹੇ ਨਾ ਅਲੀਆ ਭਾਖੈ, ਪਾਂਚੋ ਇੰਦਰੀ ਬਸ ਕਰ ਰਾਖੈ। ਗੁਰਮੁਖਾਂ ਦਾ ਬਚਨ ਹੈ ਕਿ ਮਨੁੱਖ ਹਮੇਸ਼ਾ ਸੁਚੇਤ ਰਹੇ, ਸਾਵਧਾਨ ਰਹੇ, ਨਾ ਅਲੀਆ ਭਾਖੇ। ਅਲੀਆ ਦਾ ਅਰਥ ਹੁੰਦਾ ਝੂਠ ਬੋਲਣਾ, ਝੂਠ ਨਾ ਕਦੀ ਬੋਲੇ। ਪੰਚੋ ਇੰਦਰੀ ਬਸ ਕਰ ਰਾਖੇ, ਪੰਜਾਂ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖੇ। ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ। ਪੰਚਾਹਰਨ ਦਲਿਓ, ਜਿਹੜੇ ਪੰਜ ਗਿਆਨ ਇੰਦਰੇ ਨੇ ਜਿਹੜੇ ਮਨੁੱਖ ਨੂੰ ਭੜਕਾਉਂਦੇ ਹਨ, ਸੋ ਉਹਨਾਂ ਨੂੰ ਦਲਿਓ, ਵਿਸ਼ੇਸ਼ ਕਰਕੇ ਦਲ ਲਿਆ, ਭਾਵ ਉਹਨਾਂ ਨੂੰ ਵਸ ਵਿੱਚ ਕਰ ਲਿਆ ਹੈ। ਸੁਨ ਸਹਿਜ ਨਿਜ ਘਰ ਸਹਾਰਿਓ, ਸੁਨ ਇੱਕ ਉਹ ਅਵਸਥਾ ਹੈ ਜਿਹਨੂੰ ਅਫੁਰ ਅਵਸਥਾ ਕਹਿੰਦੇ, ਜਿੱਥੇ ਕੋਈ ਸੰਕਲਪ ਵਿਕਲਪ ਕੋਈ ਫੁਰਨਾ ਨਹੀਂ ਉੱਠਦਾ, ਐਸੀ ਅਵਸਥਾ ਸਹਿਜ ਗਿਆਨ ਵਾਲੀ ਅਵਸਥਾ। ਨਿਜ ਆਪਣੇ ਸਰੂਪ ਦੇ ਘਰ ਰੂਪੀ ਘਰ ਵਿੱਚ ਸਹਾਰਿਓ, ਸਹਾਰਨਾ ਕੀਤਾ, ਜਰਨਾ ਕੀਤਾ ਹੈ। ਬ੍ਰਹਮਾਨੰਦ ਨੂੰ, ਆਤਮਾਨੰਦ ਨੂੰ ਸਤਿਗੁਰੂ ਪਾਤਸ਼ਾਹ ਤੁਸੀਂ ਆਪਣੇ ਆਤਮਿਕ ਰੂਪੀ ਘਰ ਦੇ ਵਿੱਚ ਸਹਾਰਿਓ, ਜਰਿਆ ਹੈ। ਜੀਵਾਂ ਦੇ ਤਾਈ ਇਸ ਦਾਤ ਨੂੰ ਦੇਖ ਕੇ ਹੋਰਨਾਂ ਨੂੰ ਸਹਾਰਨ ਦੇ ਯੋਗ ਬਣਾਇਆ ਹੈ। ਹਰ ਨਾਮ ਲਾਗ ਜਗ ਉਦਰਿਆ, ਸਤਿਗੁਰ ਹਿਰਦੈ ਬਸਾਇਓ। ਹਰੀ ਦੇ ਨਾਮ ਦੇ ਨਾਲ ਲਾਗ ਲਗਾ ਕਰਕੇ ਜੀਵਾਂ ਨੂੰ ਜੋੜ ਕਰਕੇ ਜਗ ਉਦਰਿਓ, ਸੰਸਾਰ ਨੂੰ ਉਧਾਰਿਆ ਹੈ। ਸਤਿਗੁਰ ਹਿਰਦੇ ਬਸਾਇਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਉਪਦੇਸ਼ ਤੁਸੀਂ ਹਿਰਦੇ 'ਚ ਵਸਾਇਆ ਤੇ ਬੇਅੰਤ ਜੀਵਾਂ ਨੂੰ ਅੱਗੇ ਤੁਸੀਂ ਕੀਤਾ। ਜਿਵੇਂ ਮੰਦਰਾਂ ਦੇ ਉੱਪਰ ਕਲਸ਼ ਲੱਗਾ ਹੁੰਦਾ ਹੈ, ਇੱਕ ਭਾਂਡਾ ਉਹ ਸਟੀਲ ਦਾ ਵੀ ਹੋ ਸਕਦਾ, ਤਾਂਬੇ ਦਾ ਵੀ ਹੋ ਸਕਦਾ, ਪਿੱਤਲ ਦਾ ਵੀ ਹੋ ਸਕਦਾ ਹੈ, ਉਹਨੂੰ ਕਲਸ਼ ਬੋਲਦੇ ਨੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਗੁਰਸਿੱਖਾਂ ਦੇ ਹਿਰਦਿਆਂ ਦੇ ਅੰਦਰ ਗਿਆਨ ਦਾ ਕਲਸ਼, ਜਿਹੜਾ ਸ਼੍ਰੋਮਣੀ ਕਲਸ਼ ਹੈ ਨਾ ਗਿਆਨ, ਉਸ ਨੂੰ ਦੀਪਾਇਓ, ਪ੍ਰਕਾਸ਼ਮਾਨ ਕਰ ਦਿੱਤਾ ਹੈ। ਸੋਰਠੇ ਗੋਰੇ ਅਰਜਨ ਪੁਰਖ ਪਰਮਾਨ, ਪਾਰਥਉ ਚਾਲੈ ਨਹੀਂ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਪੁਰਖ ਪ੍ਰਮਾਣ, ਪੁਰਖ ਦਾ ਅਰਥ ਹੈ ਵਿਆਪਕ ਵਾਹਿਗੁਰੂ, ਉਹਦੇ ਪ੍ਰਮਾਣ ਸੰਦਰਸ਼ ਨੇ, ਅਕਾਲ ਪੁਰਖ ਦਾ ਸਰੂਪ ਨੇ। ਉਹਨਾਂ ਦੇ ਮੁਖ ਤੋਂ ਨਿਕਲੇ ਹੋਏ ਵਾਕ ਬਚਨ ਐਸੇ ਨੇ, ਪਾਰਥਉ ਚਾਲੇ ਨਹੀਂ। ਪਾਰਥ ਨਾਮ ਹੈ ਅਰਜਨ ਦਾ। ਮਹਾਂਭਾਰਤ ਦੇ ਯੁੱਧ ਵਿੱਚ ਸ਼੍ਰੀ ਕ੍ਰਿਸ਼ਨ ਜੀ ਵਾਰ-ਵਾਰ ਪਾਰਥ ਕਹਿੰਦੇ ਸਨ ਜਾਂ ਭਾਰਤ ਕਹਿੰਦੇ ਸਨ ਸ਼੍ਰੀ ਕ੍ਰਿਸ਼ਨ ਅਰਜਨ ਦੇ ਤਾਂ ਹੀ ਬੜਾ ਪਿਆਰ ਨਾਲ ਇਹ ਨਾਮ ਲੈਂਦੇ ਹੁੰਦੇ ਸਨ। ਅਰਜਨ ਦੇ ਬਾਣ ਚੋਂ ਛੁੱਟਿਆ ਨਿਕਲਿਆ ਹੋਇਆ ਵਾਕ ਪਿੰਡ
ਰਸੀਏ ਨੇ ਆਵਾ ਲਾਇਆ ਹੋਇਆ ਸੀ ਨਕਲੀ ਹਰਿਮੰਦਰ ਸਾਹਿਬ ਤੇ ਨਕਲੀ ਸਰੋਵਰ ਬਣਾ ਕੇ ਤਿਆਰੀ ਕਰਨ ਵਾਸਤੇ ਸਾਰੀ। ਸੋ ਉੱਥੇ ਆਵੇ ਚ ਡਿੱਗ ਕੇ ਮਰ ਗਿਆ ਸੀ ਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤਾ, ਜਨ 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 ਕਾ ਕੀਨੋ ਪੂਰਨ ਵਾਕ। ਕਦੋਂ? ਜਦੋਂ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਖਾਂ ਤੋਂ ਅਕਾਲ ਪੁਰਖ ਨੇ ਆਪ ਰੱਖਿਆ ਕੀਤੀ। ਆੜ ਕੁਠਾਰ ਖਸਮ ਸਿਰ ਕੱਟਿਆ, ਜਿਨ ਰਚਿਆ ਤਿਨ ਦੀਨਾ ਧਾਕ। ਜਿਹਨੇ ਸਿਰਜਿਆ ਸੀ ਨੇ ਉਹਨੇ ਧੱਕ ਦਿੱਤਾ, ਉਸਨੂੰ ਖਤਮ ਕਰ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅਮੋਘ ਵਾਕ ਨੇ ਅਰਜਨ ਦੇ ਤੀਰਾਂ ਵਰਗੇ। ਪਾਰਥੋ ਚਾਲੇ ਨਹੀਂ ਚਲਾਏ ਮਾਨ ਹੋਣ ਵਾਲੇ ਨਹੀਂ, ਨੇਜਾ ਨਾਮ ਨਿਸ਼ਾਨ ਹੈ। ਨੇਜਾ ਨਾਮ ਨਿਸ਼ਾਨ ਤੁਹਾਡੇ ਹੱਥ 'ਚ ਲਿਸ਼ਕਾਂ ਮਾਰਦਾ ਹੋਇਆ ਪ੍ਰਤੱਖ ਤੇ ਪ੍ਰਗਟ ਨਾਮ ਦਾ ਨੇਜਾ ਹੈ, ਹਿਰਦੇ ਰੂਪੀ ਹੱਥ ਵਿੱਚ। ਸਤਿਗੁਰ ਸ਼ਬਦ ਸਵਾਰਿਓ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸ਼ਬਦ ਉਪਦੇਸ਼ ਨੇ ਤੁਹਾਨੂੰ ਸਵਾਰ ਦਿੱਤਾ ਹੈ। ਉਸ ਸ਼ਬਦ ਦੀ ਬਰਕਤ ਨਾਲ ਤੁਸੀਂ ਬੇਅੰਤ ਜੀਵਾਂ ਨੂੰ ਸਵਾਰਿਓ, ਹੋਰਨਾਂ ਨੂੰ ਸਵਾਰਿਆ, ਜੀਵਨ ਸਫਲ ਕਰ ਦਿੱਤੇ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹੇ ਥਾ। ਭਵ ਜਲ ਸੰਸਾਰ ਸਾਗਰ ਸਮੁੰਦਰ, ਸਾਇਰ ਸਮੁੰਦਰ ਨੂੰ ਸੇਤ ਨਾਮ ਹੁੰਦਾ ਪੁੱਲ ਦਾ। ਨਾਮ ਹਰੀ ਕਾ ਬੋਹੇ ਥਾ। ਹੈ ਗੁਰੂ ਅਰਜਨ ਦੇਵ ਪਾਤਸ਼ਾਹ, ਸੰਸਾਰੀ ਜੀਵਾਂ ਨੂੰ ਪਾਰ ਲੰਘਾਉਣ ਵਾਸਤੇ ਤੁਸੀਂ ਸੰਸਾਰ ਸਮੁੰਦਰ ਦੇ ਉੱਪਰ ਨਾਮ ਦਾ ਪੁੱਲ ਬੰਨ੍ਹ ਦਿੱਤਾ ਹੈ, ਨਾਮ ਦਾ ਜਹਾਜ਼ ਕਾਇਮ ਕਰ ਦਿੱਤਾ ਹੈ, ਨਾਮ ਦਾ ਜਹਾਜ਼ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਭਵਜਲ ਬਿਖਮ ਡਰਾਵਰੋ, ਬੜਾ ਡਰਾਉਣਾ ਹੈ। ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਜ ਮਲਾਰ। ਫਿਰ ਸਤਿਗੁਰ ਭੈ ਕਾ ਬੋਹਿ ਥਾ, ਨਦਰੀ ਪਾਰ ਉਤਾਰ। ਸਤਿਗੁਰੂ ਉਹ ਬੋਹਿ ਥਾ, ਉਹ ਜਹਾਜ਼ ਹੈ, ਨਾਮ ਦਾ ਜਹਾਜ਼ ਜਿਹੜਾ ਸੰਸਾਰ ਸਮੁੰਦਰ ਤੋਂ ਮਿਹਰ ਦੀ ਨਿਗਾਹ ਕਰਕੇ ਪਾਰ ਲੰਘਾ ਦਿੰਦਾ ਹੈ। ਭਵਜਲ ਬਿਖਮ ਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਸੋ ਸ਼ਬਦ ਦੇ ਦੁਆਰਾ ਸਤਿਗੁਰੂ ਸੰਸਾਰ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਮਹਾਰਾਜ ਜੀ ਆਪ ਜੀ ਨੇ ਸੰਸਾਰ ਸਾਗਰ ਤੋਂ ਤਰਨ ਵਾਸਤੇ ਨਾਮ ਦਾ ਪੁੱਲ ਕਾਇਮ ਕਰ ਦਿੱਤਾ ਹੈ, ਨਾਮ ਦਾ ਜਹਾਜ਼ ਜਗਿਆਸੂਆਂ ਨੂੰ ਬਖਸ਼ਿਆ ਹੈ। ਨਾਮ ਹਰੀ ਕਾ ਬੋਹਿਥਾ, ਹਰੀ ਦਾ ਨਾਮ ਹੀ ਬੋਹਿਥਾ ਜਹਾਜ਼ ਹੈ। ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਆਓ। ਤੋ ਤੁਸੀਂ ਸਤਿਗੁਰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੰਗ ਭਲੀ ਪ੍ਰਕਾਰ ਨਾਲ ਹੇਤ ਦਾ ਅਰਥ ਹੈ ਪਿਆਰ। ਤੁਹਾਡਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਅੰਤਾਂ ਦਾ ਪਿਆਰ ਹੈ। ਇਹ ਪਿਆਰ ਵੇਖਣਾ ਹੋਵੇ ਤੇ ਸਾਹਿਬਾਂ ਦੇ ਉਚਾਰ ਬਚਨ ਕੇ ਵੇਖ ਲੈਣੇ, ਜਿਨ੍ਹਾਂ ਦੇ ਅੰਦਰ ਸਾਹਿਬਾਂ ਦਾ ਬਚਨ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਮੈਂ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਨੀਂਦ ਰਾਤਾਂ ਦੀ ਉੱਟ ਗਈ ਸੀ ਤੇ ਸਤਿਗੁਰੂ ਪਾਤਸ਼ਾਹ ਆਪ ਕਹਿੰਦੇ ਨੇ ਕਿ ਮੰਦਰ ਚੜ੍ਹ ਕੇ ਪੰਥ ਨਿਹਾਰੋ, ਨੈਣ ਨੀਰ ਪਰ ਆਇਓ। ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਾਹ ਵੇਖਦੇ ਰਹਿੰਦੇ ਸਨ ਕਿ ਕਦੋਂ ਮਾਲਕ ਦਾ ਸੰਦੇਸ਼ਾ ਆਵੇ। ਤੋ ਸਤਿਗੁਰੂ ਸੰਹੇਤ ਗੁਰੂ ਰਾਮਦਾਸ ਪਾਤਸ਼ਾਹ ਨਾਲ ਤੁਹਾਡਾ ਪਿਆਰ ਹੈ। ਨਾਮ ਲਾਗ ਜਗ ਉਧਰਿਓ। ਸੋ ਸਤਿਗੁਰੂ ਬਖਸ਼ੇ ਹੋਏ ਨਾਮ ਦੇ ਨਾਲ ਲਾਗ ਜੋੜ ਕਰਕੇ ਬੇਅੰਤ ਜੀਵਾਂ ਨੂੰ ਤੁਸੀਂ ਜਗ ਉਧਰਿਓ, ਸੰਸਾਰ ਸਾਗਰ ਤੋਂ ਉਧਾਰ ਦਿੱਤਾ ਹੈ, ਜੀਵਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ। ਜਗਤ ਤੋਂ ਉਧਾਰਨ ਤਾਰਨ ਵਾਲਾ ਜੋ ਪਾਵਨ ਨਾਮ ਹੈ, ਸਤਿਗੁਰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਤੁੱਠੇ ਪ੍ਰਸੰਨ ਹੋਣ ਤੇ ਪਾਇਓ, ਤੁਸੀਂ ਪਾਉਣਾ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਤੁਰਠ ਕਰਕੇ ਤੁਹਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ। ਸੋ ਸਤਿਗੁਰ ਤੁੱਠੇ ਜਿਨ੍ਹਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ ਤੁਰਠ ਗਏ, ਪ੍ਰਸੰਨ ਹੋ ਗਏ। ਸੰਸਾਰ ਤੋਂ ਪਾਰ ਲੰਘਾਉਣ ਵਾਲਾ ਜਿਹੜਾ ਨਾਮ ਹੈ ਨੇ, ਉਹ ਨਾਮ ਉਹਨਾਂ ਨੇ ਪਾਇਓ, ਪਾ ਲਿਆ। ਕਿਹਨਾਂ ਨੇ? ਸਤਿਗੁਰ ਤੁੱਠੇ ਜਿਨ੍ਹਾਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਤੁਸੀਂ ਤੁਰਠ ਪਏ, ਪ੍ਰਸੰਨ ਹੋ ਗਏ।
अब नाहे अवर सर काम, बार अंतर पूरे पड़ी। ਭੱਟ ਕਲ ਜੀ ਪਾਵਨ ਸਵਈਆਂ ਦੀ ਇੱਥੇ ਆਪਣੀ ਰਸਨਾ ਤੋਂ ਉਚਾਰਨ ਕੀਤੇ ਜੋ ਸਵਈਏ ਉਹਨਾਂ ਦੀ ਸਮਾਪਤੀ ਕਰਦੇ ਕਥਨ ਕਰ ਰਹੇ ਨੇ। ਅਬ ਹੁਣ ਨਾਹੇ ਨਹੀਂ ਅਵਰ ਹੋਰ, ਸਰਦ ਅਰਥ ਹੈ ਸਦਰਸ਼, ਸਰਦ ਅਰਥ ਹੈ ਨਾਲ ਵੀ। ਹੁਣ ਹੋਰ ਕਿਸੇ ਨਾਲ ਕੋਈ ਕੰਮ ਹੀ ਨਹੀਂ ਰਿਹਾ, ਹੁਣ ਹੋਰ ਕੋਈ ਇੱਛਾ ਹੀ ਨਹੀਂ ਰਹੀ। ਕਾਮ ਤੋਂ ਭਾਵ ਹੈ ਕੰਮ। ਅਵਰ ਸਰ ਕਾਮ, ਹੋਰ ਕਿਸੇ ਨਾਲ ਕੋਈ ਹੁਣ ਕੰਮ ਕੋਈ ਵਾਹ ਵਾਸਤਾ ਨਹੀਂ ਰਿਹਾ। ਕਿਉਂ? ਬਾਰ ਅੰਤਰ ਪੂਰੀ ਪੜੀ। ਬਾਰ ਅੰਤਰ, ਬਾਰ ਅੰਤਰ, ਅੰਦਰ ਤੇ ਬਾਹਰ। ਅੰਦਰੋਂ ਵੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਆਤਮ ਗਿਆਨ ਪ੍ਰਾਪਤ ਹੋ ਕੇ ਪੂਰੀ ਪੈ ਗਈ। ਬਾਹਰ ਵੀ ਕਿਸੇ ਤਰ੍ਹਾਂ ਦੀ ਕੋਈ ਪਦਾਰਥਾਂ ਦੀ ਕੋਈ ਵਸਤੂਆਂ ਦੀ ਕਮੀ ਨਹੀਂ ਰਹੀ। ਬਾਹਰ ਅੰਤਰ ਪੂਰੀ ਪੜੀ। ਪੂਰਨ ਤੌਰ 'ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਪੂਰੀ ਪੜੀ, ਪੂਰੀ ਪੈ ਗਈ ਹੈ। ਭਾਵ ਜੀਵਨ ਸਫਲ ਹੋ ਗਿਆ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭੱਟ ਕੱਲ ਜੀ ਕਥਨ ਕਰ ਰਹੇ ਨੇ ਕਿ ਸਾਡੇ ਜੀਵਨ 'ਚ ਪੂਰੀ ਪੈ ਗਈ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਦਰੇ ਮਿਹਰ ਰਹਿਮਤ ਕੀਤੀ ਹੈ। ਹੁਣ ਕਿਸੇ ਪਾਸੇ ਜਾਣ ਦਾ ਕੋਈ ਕੰਮ ਨਹੀਂ, ਕੋਈ ਲੋੜ ਨਹੀਂ, ਕੋਈ ਇੱਛਾ ਨਹੀਂ ਰਹੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਦਰੋਂ ਤੇ ਬਾਹਰੋਂ ਸਾਨੂੰ ਸੰਪੂਰਨਤਾ ਵਾਲੀ ਅਵਸਥਾ ਬਖਸ਼ਿਸ਼ ਕਰ ਦਿੱਤੀ ਹੈ। ਭੱਟ ਕਲ ਜੀ ਦੇ ਉਚਾਰਨ ਕੀਤੇ ਪਾਵਨ ਸਵਈਆਂ ਦੀ ਸਮਾਪਤੀ ਹੈ। ਅੱਗੇ ਫਿਰ ਉਸ ਮਹਾਨ ਅਮਰ ਸ਼ਹੀਦ ਗੁਰਮੁਖ ਪਿਆਰੇ ਭੱਟ ਮਥਰਾ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਪ੍ਰਾਰੰਭ ਹੋ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ ਕਿਰਪਾ ਕਰਨੀ ਜੀ। ਲੇਖੈ ਕਤਹਿ ਨ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜਗਤ ਉਦਾਰਨ ਨਾਮ, ਸਤਿਗੁਰ ਤੁਠੈ ਪਾਇਆ। ਅਬ ਨਾਹੇ ਅਵਰ ਸਰ ਕਾਮ, ਬਾਰ ਅੰਤਰ ਪੂਰੀ ਪੜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ